ਵੀ ਮੈਨੂੰ ਲੱਗਦਾ ਅਜੇ ਵੀ ਬਾਦਲ ਸਾਹਿਬ ਇੱਕ ਕਾਰਡ ਖੇਡਣਗੇ। ਉਸ ਕਾਰਡ ਦੇ ਰਾਹੀਂ ਅੰਤ ਵਿੱਚ ਇਹ ਗੱਲ ਕਹਿ ਦੇਣਗੇ ਵੀ ਇਹ ਤਾਂ ਬੱਚੇ, ਇਹਨਾਂ ਨੂੰ ਕੀ ਪਤਾ, ਇਹ ਸਾਡਾ 9 ਮਾਸ ਦਾ ਰਿਸ਼ਤਾ ਐਵੇਂ ਟੁੱਟ ਸਕਦਾ ਹੈ, ਸ਼ਾਇਦ ਕਿਤੇ ਫੇਰ ਗਲਵੱਕੜੀ ਪੈ ਜਾਵੇ। ਉਹ ਸੱਤਾ ਹਾਸਲ ਕਰਨ ਲਈ ਕੁਝ ਕਿਸੇ ਹੱਦ ਤੱਕ ਵੀ ਜਾ ਸਕਦਾ। ਪਾਸੇ ਕੈਪਟਨ ਅਮਰਿੰਦਰ ਇਹ ਕਹਿ ਰਿਹਾ ਹੈ ਕਿ ਬਾਦਲ ਜਿਹੜੇ ਹੈਗੇ ਆ ਉਹ ਕਿਸਾਨੀ ਮੁੱਦਿਆਂ ਨੂੰ ਲੈ ਕੇ ਅਜੇ ਜਿੱਦਾਂ ਤੁਸੀਂ ਕਹਿ ਰਹੇ ਹੋ ਕੇਂਦਰ ਦੇ ਨਾਲ ਮਿਲ ਕੇ ਵੀ ਗੇਮ ਖੇਡ ਸਕਦੇ ਆ। ਦੂਜੇ ਪਾਸੇ ਬਾਦਲਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਕੈਪਟਨ ਅਮਰਿੰਦਰ ਜਿਹੜਾ ਹੈਗਾ ਕੇਂਦਰ ਦੀ ਮੋਦੀ ਸਰਕਾਰ ਨਾਲ ਕਿਸਾਨੀ ਦੇ ਖਿਲਾਫ ਮਿਲ ਕੇ ਖੇਡਾਂ ਖੇਡ ਰਿਹਾ ਹੈ। ਇਹ ਗੁਰਦੁਆਰਾ ਨਿਜ਼ਾਮ ਐਸਾ ਪ੍ਰਬੰਧ ਹੈ, ਇਹਦੇ ਵਿੱਚ ਤੁਸੀਂ ਸਾਰੀ ਦੁਨੀਆ 'ਚ ਦੇਖ ਲਓ, ਪ੍ਰਬੰਧ ਜਦੋਂ ਜਿਹੜੇ ਲੋਕੀ ਪ੍ਰਬੰਧ ਕਰਦੇ ਆ ਉਹਨਾਂ ਦੇ ਵਿਰੋਧੀ ਉਹਨਾਂ ਨੂੰ ਚੋਰ ਚੋਰ ਕਹਿਣਗੇ ਹੀ ਕਹਿਣਗੇ। ਜਥੇਦਾਰ ਸਾਹਿਬ ਨੂੰ, ਜਿਹੜੇ ਮੌਜੂਦਾ ਜਥੇਦਾਰ ਸਾਹਿਬ ਐਕਟਿੰਗ ਜਥੇਦਾਰ, ਉਹਨਾਂ ਨੂੰ ਮਿਲ ਕੇ ਵੀ ਕਿਹਾ ਸੀ ਜੀ ਸੌਦਾ ਸਾਧ ਨੂੰ, ਜੇ ਸੌਦਾ ਸਾਧ ਦੀ ਮਾਫੀ ਦਾ ਸੱਚ ਕੱਢਣਾ ਬਾਹਰ ਤੇ ਅਸੀਂ ਵਿਰੋਧ ਕਰਨ ਵਾਲਿਆਂ 'ਚ ਸਾਨੂੰ ਵੀ ਤਲਬ ਕਰ ਲਓ। ਉਸ ਵੇਲੇ ਦੇ ਗ੍ਰਹਿ ਮੰਤਰੀ ਨੂੰ ਤਲਬ ਕਰ ਲਓ, ਗਿਆਨੀ ਗੁਰਬਚਨ ਸਿੰਘ ਹੁਣ ਜਥੇਦਾਰ ਨਹੀਂ, ਉਹਨਾਂ ਨੂੰ ਤਲਬ ਕਰ ਲਓ, ਗਿਆਨੀ ਗੁਰਮੁਖ ਸਿੰਘ ਨੂੰ ਤਲਬ ਕਰ ਲਓ ਤੇ ਗਿਆਨੀ ਇਕਬਾਲ ਸਿੰਘ ਨੂੰ ਤਲਬ ਕਰ ਲਓ। ਕੁਝ ਨਾਮ ਮੈਂ ਹੋਰ ਦੱਸ ਦੂੰਗਾ। ਸੰਗਤ ਦੀ ਖੜੇ ਕਰਕੇ ਪੁੱਛੋ, ਜੇ ਅਸੀਂ 1 ਘੰਟੇ 'ਚ ਨਾ ਸਾਬਤ ਕਰ ਦਈਏ ਬਈ ਉਹਦੇ ਨਾਲ ਕਿਹੜਾ ਰਲਿਆ ਸੀ ਤੇ ਕਿਵੇਂ ਕਿਵੇਂ ਮਾਫੀ ਦਵਾਈ ਗਈ, ਤੇ ਫਿਰ ਸਾਨੂੰ ਜਿਹੜੀ ਬਣਦੀ ਸਜ਼ਾ ਵੱਧ ਤੋਂ ਵੱਧ ਸਾਨੂੰ ਸਜ਼ਾ ਦੇ ਦਿਓ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਾਦਲਾਂ ਦਾ ਕਬਜ਼ਾ ਖਤਮ ਕਰਾਇਆ ਜਾਵੇ। ਮੈਨੂੰ ਇਹ ਲੱਗਦਾ ਵੀ ਰਾਜਸੀ ਕਲਬੇ ਤੋਂ ਸ਼ਾਇਦ ਮੁਕਤ ਨਾ ਹੋ ਸਕੇ, ਕਿਉਂਕਿ ਜਿਹੜੀਆਂ ਧਿਰਾਂ ਵੀ ਚੋਣ ਲੜਨੀ ਚਾਹੁੰਦੀਆਂ ਉਹਨਾਂ ਦੇ ਕਿਤੇ ਨਾ ਕਿਤੇ ਰਾਜਸੀ ਕਨੈਕਸ਼ਨ ਜ਼ਰੂਰ ਹੈ, ਤੇ ਜਦੋਂ ਕਨੈਕਸ਼ਨ ਪਿੱਛੇ ਰਾਜਸੀ ਹੋਣ ਤੇ ਫਿਰ ਇਹਦੇ ਵਿੱਚ ਰੋਲ ਨੂੰ ਖਤਮ ਨਹੀਂ ਕੀਤਾ ਜਾ ਸਕਦਾ। ਕੈਪਟਨ ਅਮਰਿੰਦਰ, ਸੁਨੀਲ ਜਾਖੜ ਕਾਂਗਰਸ ਦੇ ਨੁਮਾਇੰਦੇ ਆਗੂ ਹੈ, ਉਹ ਵੀ ਸ਼੍ਰੋਮਣੀ ਕਮੇਟੀ 'ਚ ਪੂਰੀ ਦਿਲਚਸਪੀ ਲੈ ਰਿਹਾ। ਤੁਹਾਡਾ ਮਤਲਬ ਕਿ ਵੀ ਜੇ ਕੈਪਟਨ ਅਮਰਿੰਦਰ ਦੀ ਸਰਕਾਰ ਹੈ ਤਾਂ ਇਹ ਵੀ ਹੁਣ ਦਿਲਚਸਪੀ ਲਏਗਾ ਕਿ ਆਪਣੀ ਧਿਰ ਮੈਂ SGPC 'ਚ ਲੈ ਕੇ ਆਵਾਂ। ਇਹ ਉਹਨਾਂ ਦੀ ਬਾਰ-ਬਾਰ ਪਹਿਲਾਂ ਟੈਲੀਵਿਜ਼ਨਾਂ ਤੇ ਫਿਰ ਮੀਡੀਆ ਰਾਹੀਂ, ਪ੍ਰਿੰਟ ਮੀਡੀਆ ਰਾਹੀਂ ਇੰਨੀ ਜ਼ਿਆਦਾ ਵਕਾਲਤ ਕਰਦੇ ਰਹੇ ਵੀ ਸਾਰੇ ਹੀ ਝੂਠ ਬੋਲਦੇ ਆ ਤੇ ਅਸੀਂ ਸੱਚ ਬੋਲਦੇ ਆ, ਤੇ ਮੋਦੀ ਦੇ ਜਿਹੜੇ ਲਿਆਂਦੇ ਗਏ 3 ਅਮੈਂਡਮੈਂਟਸ ਹੈਗੀਆਂ ਇਹ ਕਿਸਾਨਾਂ ਦੇ ਹੱਕ ਵਿੱਚ ਹੈ। ਇੱਥੋਂ ਤੱਕ ਵੀ ਚਲੇ ਗਏ ਜਦੋਂ ਇਹਨਾਂ ਦੀ ਪੇਸ਼ ਨਹੀਂ ਸੀ ਜਾਂਦੀ, ਜਦੋਂ ਇਹਨਾਂ ਨੂੰ ਇਹ ਲੱਗਦਾ ਸੀ ਵੀ ਅਸੀਂ ਜਸਟੀਫਿਕੇਸ਼ਨ ਨਹੀਂ ਦੇ ਰਹੇ, ਤੇ ਵੱਡੇ ਬਾਦਲ ਸਾਹਿਬ ਨੂੰ ਵੀ ਘਰੋਂ ਵਿਚਾਰਿਆਂ ਨੂੰ ਚੁੱਕ ਲਿਆ, ਉਹਨਾਂ ਦੀ ਸਟੇਟਮੈਂਟ ਵੀ ਦਵਾਤੀ। ਆਮਣੋ ਸਾਹਮਣੇ ਪ੍ਰੋਗਰਾਮ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਦਾ ਸਵਾਗਤ ਹੈ। ਅੱਜ ਸਾਡੇ ਨਾਲ ਹਨ ਜਥੇਦਾਰ ਸੁਖਦੇਵ ਸਿੰਘ ਪੌਰ, ਸਿੱਖ ਜਗਤ ਦੀ ਜਾਣੀ ਪਹਿਚਾਣੀ ਹਸਤੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਲੰਬੇ ਸਮੇਂ ਤੱਕ ਜ਼ਿੰਮੇਵਾਰੀਆਂ ਨਿਭਾਈਆਂ, ਜਥੇਦਾਰ ਗੁਰਚਰਨ ਸਿੰਘ ਟੌੜਾ ਦੇ ਨਜ਼ਦੀਕੀ ਸਾਥੀ। ਪੰਜਾਬ 'ਚ ਤੇਜ਼ੀ ਨਾਲ ਪ੍ਰਸਥਿਤੀਆਂ ਬਦਲ ਰਹੀਆਂ, ਇਹਨਾਂ ਪ੍ਰਸਥਿਤੀਆਂ ਦੇ ਮੱਦੇਨਜ਼ਰ ਸ਼੍ਰੋਮਣੀ ਗੁਰਦੁਆਰਾ ਕਮੇਟੀ ਨਾਲ ਜੁੜੇ ਸਵਾਲ ਆਪਾਂ ਜਥੇਦਾਰ ਪੌਰ ਸਾਹਿਬ, ਮੇਰੀ ਟੀਮ ਦਰਸ਼ਕਾਂ ਵੱਲੋਂ ਮੇਰੀ ਬੇਨਤੀ ਪ੍ਰਵਾਨ ਕਰਕੇ ਚੈਨਲ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਜੀ ਆਇਆਂ ਨੂੰ ਪੌਰ ਸਾਹਿਬ। ਬਹੁਤ ਧੰਨਵਾਦ। ਧੰਨਵਾਦ ਜੀ ਭਾਈ ਸਾਹਿਬ, ਬਹੁਤ ਧੰਨਵਾਦ, ਮਿਹਰਬਾਨੀ। ਪੌਰ ਸਾਹਿਬ, ਪਹਿਲਾ ਹੀ ਸਵਾਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਦੀ ਲੱਗਦਾ ਹੈ ਕਿ ਇੱਕ ਆਸ ਵੱਜਣ ਲੱਗੀ ਹੈ, ਕਿਉਂਕਿ ਜਸਟਿਸ ਸਾਰੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਿਹੜੀਆਂ ਚੋਣਾਂ ਦਾ ਬੋਰਡ ਹੈ ਉਸਦੇ ਚੇਅਰਮੈਨ ਥਾਪੇ ਜਾ ਚੁੱਕੇ ਹੈ। ਕੇਂਦਰ ਵੱਲੋਂ ਲਈ ਗਈ ਇਸ ਪਹਿਲ ਕਦਮੀ ਨੂੰ ਪੌਰ ਸਾਹਿਬ ਕਿਵੇਂ ਦੇਖ ਰਹੇ ਹੋ? ਮੈਂ ਸਮਝਦਾ ਇਹਨੂੰ ਜੀ ਆਣਾ ਚਾਹੀਦਾ, ਵੈਲਕਮ ਕਰਨਾ ਚਾਹੀਦਾ ਕਿ ਬੜੀ ਦੇਰ ਤੋਂ ਪੰਥ ਦੀ ਇਹ ਰੀਝ ਸੀ ਕਿ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਿਜ਼ਾਮ ਹੈ ਉਹ ਬਦਲਣਾ ਚਾਹੀਦਾ, ਜਾਂ ਜੇ ਬਦਲਣਾ ਨਹੀਂ ਤੇ ਘੱਟੋ ਘੱਟ ਦੁਬਾਰਾ ਮੈਂਡੇਟ ਲਵੇ ਇਹ ਨਿਜ਼ਾਮ, ਉਹਦੇ ਲਈ ਇੱਕ ਕਦਮ ਵਧਿਆ, ਚੰਗੀ ਗੱਲ ਹੈ ਜੀ। ਪੌਰ ਸਾਹਿਬ, ਜਿੱਦਾਂ ਤੁਸੀਂ ਕਿਹਾ ਕਿ ਇੱਕ ਨਿਜ਼ਾਮ ਬਦਲਣ ਦੀ ਗੱਲ ਜਾਂ ਨਵੇਂ ਸਿਰੇ ਤੋਂ ਲੀਡਰਸ਼ਿਪ ਕੀਤੀ ਹੈ, ਹੋਰ ਕਈ ਪੰਥਕ ਧਿਰਾਂ ਲੰਬੇ ਸਮੇਂ ਤੋਂ ਇਸ ਗੱਲ ਲਈ ਜਦੋਜਹਿਦ ਕਰ ਰਹੀਆਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਾਦਲਾਂ ਦਾ ਕਬਜ਼ਾ ਖਤਮ ਕਰਾਇਆ ਜਾਵੇ। ਕੀ ਲੱਗਦਾ ਹੈ ਕਿ ਸਮਾਂ ਹੁਣ ਨਜ਼ਦੀਕ ਆ ਗਿਆ ਹੈ? ਮੈਨੂੰ ਏਦਾਂ ਲੱਗਦਾ ਹੈ ਸਿੱਧੂ ਸਾਹਿਬ ਬਈ ਜੇ ਕਬਜ਼ਾ ਖਾਲੀ ਕਰਾਉਣ ਦੀ ਕੋਈ ਗੱਲ ਹੈ ਤੇ ਸੋਧੀ ਧਿਰ ਨੂੰ ਇਕਜੁੱਟ ਹੋਣਾ ਪਊਗਾ ਜੀ, ਇਕਜੁੱਟ ਹੋ ਕੇ ਤੇ ਆਪਣਾ ਏਜੰਡਾ ਵੀ ਦੇਣਾ ਪਊਗਾ, ਆਪਣਾ ਪ੍ਰੋਗਰਾਮ ਦੇਣਾ ਪਊਗਾ ਵੀ ਅਸੀਂ ਕੀ ਚਾਹੁੰਦੇ ਹਾਂ ਤੇ ਕੀ ਨਹੀਂ ਹੋਇਆ ਪਿਛਲੇ ਸਮੇਂ 'ਚ, ਅਸੀਂ ਕੀ ਕਰਾਂਗੇ ਜੀ। ਦੂਸਰਾ ਇਹ ਹੈ ਵੀ ਇਸ ਚੋਣ ਦੇ ਵਿੱਚ 2-3 ਟੈਕਨੀਕਲਿਟੀਜ਼ ਹੈਗੀਆਂ
ਅਜੇ ਸਿਰਫ ਚੋਣ ਕਮਿਸ਼ਨ ਦੀ ਅਪਾਇੰਟਮੈਂਟ ਹੋਈ ਹੈ, ਇਲੈਕਸ਼ਨ ਪ੍ਰੋਗਰਾਮ ਡਿਕਲੇਅਰ ਨਹੀਂ ਹੋਇਆ। ਬਿਲਕੁਲ ਠੀਕ। ਜਦੋਂ ਇਲੈਕਸ਼ਨ ਪ੍ਰੋਗਰਾਮ ਡਿਕਲੇਅਰ ਹੋਏਗਾ, ਹੁਣ ਇਹਦਾ ਪ੍ਰੋਸੀਜਰ ਇਦਾਂ ਹੁੰਦਾ ਵੀ ਜਦੋਂ ਇਲੈਕਸ਼ਨ ਕਮਿਸ਼ਨ ਅਪਾਇੰਟ ਹੋ ਜਾਂਦਾ ਨਾ, ਉਹ ਪਹਿਲਾਂ ਜਿਹੜੀਆਂ ਪਾਰਟੀਆਂ ਲੜਨੀ ਚਾਹੁੰਦੀਆਂ ਰਜਿਸਟ੍ਰੇਸ਼ਨ ਕਰਦਾ। ਰਜਿਸਟ੍ਰੇਸ਼ਨ ਦੇ ਲਈ ਫਿਰ ਉਹਨਾਂ ਤੋਂ ਬਾਅਦ ਮੀਟਿੰਗਸ ਹੋਣਗੀਆਂ ਉਹਨਾਂ ਪਾਰਟੀਆਂ ਦੇ ਨਾਲ, ਇੱਕ ਦੋ ਮੀਟਿੰਗ ਹੋਣਗੀਆਂ ਵੀ ਦੱਸੋ ਤੁਸੀਂ ਇਲੈਕਸ਼ਨ ਰਿਫਾਰਮਸ ਕੀ ਚਾਹੁੰਦੇ ਆ, ਕਿਵੇਂ ਹੋਣੀ ਚਾਹੀਦੀ ਇਲੈਕਸ਼ਨ, ਕੀ ਹਲਕਾ ਬੰਦੀ ਤੇ ਕੋਈ ਇਤਰਾਜ਼ ਕੋਈ ਹੋਰ ਤਾਂ ਨਹੀਂ ਤੁਹਾਡੇ ਕੋਲ। ਫਿਰ ਉਸ ਤੋਂ ਬਾਅਦ ਵੋਟਾਂ ਬਣਨਗੀਆਂ, ਵੋਟਾਂ ਦੇ ਲਈ ਸਮਾਂ ਦਿੱਤਾ ਜਾਏਗਾ ਵੀ ਇੰਨਾ ਸਮਾਂ ਵੋਟਾਂ ਲਈ ਦਿੱਤਾ ਗਿਆ। ਫਿਰ ਵੋਟਾਂ ਕਟਾਉਣ ਦਾ ਸਮਾਂ ਦਿੱਤਾ ਜਾਏਗਾ। ਫਿਰ ਹਲਕਾ ਬੰਦੀ ਨਵੀਂ ਤਾਂ ਨਹੀਂ ਕਰਨੀ, ਉਹੀ ਹਲਕੇ ਰੱਖਣੇ, ਉਹਨੂੰ ਤੋੜ ਭੱਜ ਤਾਂ ਨਹੀਂ ਕਰਨੀ, ਰੋਟੇਟ ਤਾਂ ਨਹੀਂ ਕਰਨੇ। ਜਿਵੇਂ ਰਿਜ਼ਰਵ ਸੀਟਾਂ ਹੈਗੀਆਂ ਕੁਛ ਤੇ ਕੁਛ ਲੇਡੀਜ਼ ਲਈ ਰਿਜ਼ਰਵ ਹੈ, ਵੀ ਉਹ ਰੋਟੇਟ ਕਿਵੇਂ ਕਰਨੀ ਆ, ਰੋਟੇਸ਼ਨ ਦੇਣੀ ਆ ਕਿ ਨਹੀਂ ਦੇਣੀ, ਇਹ ਕੰਮ ਇਲੈਕਸ਼ਨ ਕਮਿਸ਼ਨ ਦੇ ਜ਼ਿੰਮੇ ਹੁੰਦੇ। ਜਿੱਥੇ ਪ੍ਰਕਿਰਿਆ ਦੀ ਗੱਲ ਹੈ, ਪਿਛਲੇ ਸਮੇਂ 'ਚ ਆਪਾਂ ਦੇਖਿਆ ਇਹ ਹਰਿਆਣਾ ਦੀ ਹੁੱਡਾ ਗਵਰਨਮੈਂਟ ਨੇ ਉਸ ਵੇਲੇ ਆਪਣਾ ਐਕਟ ਬਣਾ ਲਿਆ ਅਲੱਗ, ਤੇ ਜੋ ਆਲ ਇੰਡੀਆ ਗੁਰਦੁਆਰਾ ਐਕਟ 1925 ਦੇ ਘੇਰੇ ਤੋਂ ਬਾਹਰ ਨਿਕਲ ਕੇ ਉਹਨਾਂ ਨੇ ਆਪਣਾ ਐਕਟ ਬਣਾ ਕੇ ਉਹਦੇ ਵਿੱਚ ਇੱਕ ਕਮੇਟੀ ਬਣਾਤੀ, ਹਰਿਆਣੇ ਦੀ ਕਮੇਟੀ ਨਾਮਜ਼ਦ ਕਰਤੀ, ਹਰਿਆਣਾ ਗੁਰਦੁਆਰਾ ਪ੍ਰਬੰਧਕ। ਉਹਦੀ ਇੱਕ ਕੇਸ ਵੀ ਚੱਲ ਰਿਹਾ ਸੁਪਰੀਮ ਕੋਰਟ ਦੇ ਵਿੱਚ। ਇੱਕ SGPC ਮੈਂਬਰ ਨੇ ਕੁਰਸ਼ੇਤਰ ਤੋਂ ਕੇਸ ਕੀਤਾ ਹੋਇਆ ਵੀ ਇਹਨਾਂ ਨੂੰ ਰਾਈਟ ਨਹੀਂ ਸੀ, ਤੇ ਉਹ ਹਰਿਆਣਾ ਗਵਰਨਮੈਂਟ ਜਿਹੜੀ ਹੈ ਜਾਂ ਹਰਿਆਣੇ ਦੇ ਸਿੱਖ ਜਿਹੜੇ ਨੇ, ਹਰਿਆਣਾ ਕਮੇਟੀ ਜਿਹੜੀ ਹੈ ਉਹ ਇਹ ਦਲੀਲ ਦੇ ਰਹੀ ਹੈ ਵੀ 1966 ਦਾ ਪੁਨਰਗਠਨ ਐਕਟ ਇਹ ਅਸੀਂ ਆਪਣਾ ਐਕਟ ਬਣਾ ਸਕਦੇ। ਇੱਕ ਤਾਂ ਉਹ ਕੇਸ ਚੱਲਦਾ। ਇੱਕ ਦੂਸਰਾ ਇਹ ਆ ਕਿ 2003 ਦੇ ਵਿੱਚ ਇੱਕ ਨੋਟੀਫਿਕੇਸ਼ਨ ਦੇ ਰਾਹੀਂ ਸਹਿਜਧਾਰੀ ਵੋਟਰਾਂ ਨੂੰ ਬਾਹਰ ਕੱਢ ਦਿੱਤਾ ਗਿਆ ਸੀ। ਉਹ ਸਹਿਜਧਾਰੀ ਫੈਡਰੇਸ਼ਨ ਨੇ ਹਾਈ ਕੋਰਟ ਪਟੀਸ਼ਨ ਪਾਈ। ਹਾਈ ਕੋਰਟ ਦੇ ਵਿੱਚ ਉਹਨਾਂ ਨੇ ਪਲੀ ਇਹ ਲਈ ਸੀ ਕਿ ਇਹ ਗੁਰਦੁਆਰਾ ਐਕਟ 1925 ਜਿਹੜਾ ਇਹ ਐਕਟ ਹੈ, ਇਹਨੂੰ ਅਮੈਂਡ ਕਰਨ ਦੇ ਲਈ ਨੋਟੀਫਿਕੇਸ਼ਨ ਨਹੀਂ, ਇਹਨੂੰ ਪਬਲਿਕ ਜਿਹੜਾ ਪਾਰਲੀਮੈਂਟ ਦੇ ਵਿੱਚ ਇਹਨੂੰ ਅਮੈਂਡ ਕੀਤਾ ਜਾਣਾ ਚਾਹੀਦਾ ਜੀ। ਉਹਨਾਂ ਦੇ ਹੱਕ 'ਚ ਹੋ ਗਿਆ ਹਾਈ ਕੋਰਟ 'ਚ, ਸੁਪਰੀਮ ਕੋਰਟ ਦੇ ਵਿੱਚ SGPC ਚਲ ਗਈ ਉਹਦੇ ਖਿਲਾਫ। ਫਿਰ ਇਹ 2016 ਦੇ ਵਿੱਚ ਫੈਸਲਾ ਹੋਇਆ ਜਦੋਂ ਮੋਦੀ ਗਵਰਨਮੈਂਟ ਨੇ ਪਾਰਲੀਮੈਂਟ ਵਿੱਚ ਰੱਖ ਕੇ ਉਹ ਅਮੈਂਡਮੈਂਟ ਨੂੰ ਕਰ ਦਿੱਤਾ। ਪਰੰਤੂ ਸੁਪਰੀਮ ਕੋਰਟ ਨੇ ਇੱਕ ਅਧਿਕਾਰ ਦੇ ਦਿੱਤਾ ਸਹਿਜਧਾਰੀ ਫੈਡਰੇਸ਼ਨ ਨੂੰ ਵੀ ਜੇ ਤੁਸੀਂ ਚਾਹੋ ਤਾਂ ਇਹਦੇ ਤੇ ਕਾਨੂੰਨੀ ਨਜ਼ਰਸਾਨੀ ਕਰ ਸਕਦੇ। ਉਹ ਇਸ ਨਜ਼ਰਸਾਨੀ ਦੇ ਲਈ ਹਾਈ ਕੋਰਟ ਵਿੱਚ ਵੀ ਗਏ ਹੋਏ। ਇਹਦਾ ਕੀ ਅਸਰ ਪੈਂਦਾ ਹੈ? ਹਰਿਆਣਾ ਗਵਰਨਮੈਂਟ ਜਿਹੜੀ ਹਰਿਆਣਾ ਦੀ ਟੈਰੀਟਰੀ ਹੈ ਉਹ ਬਾਹਰ ਰੱਖ ਕੇ ਇਲੈਕਸ਼ਨ ਹੁੰਦੀ ਹੈ ਜਾਂ ਉਹ ਹਲਕਾ ਬੰਦੀ ਕਿਵੇਂ ਹੋਏਗੀ, ਇਹ ਸਾਰਾ ਕੰਮ ਇਹ ਇਲੈਕਸ਼ਨ ਕਮਿਸ਼ਨ ਦੇ ਜ਼ਿੰਮੇ ਹੈ। ਇਹ ਬੜਾ ਵੱਡਾ ਜੀ ਬਿਲਕੁਲ। ਜਿਹੜਾ ਹੈਗਾ ਚੋਣ ਕਮਿਸ਼ਨ ਦੇ ਸਾਹਮਣੇ ਬਹੁਤ ਵੱਡੀਆਂ ਚੁਣੌਤੀਆਂ ਜਿੱਦਾਂ ਤੁਸੀਂ ਕਹਿ ਰਹੇ ਹੋ, ਪਰ ਚੋਣ ਕਮਿਸ਼ਨ ਤੋਂ ਬਾਹਰ ਜੇ ਆਪਾਂ ਸਿੱਖ ਭਾਈਚਾਰੇ ਦੀ ਗੱਲ ਕਰਦੇ ਹਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ ਨੂੰ ਲੈ ਕੇ ਗੱਲ ਕਰਦੇ ਹਾਂ, ਆਪਾਂ ਏਜੰਡੇ ਤੇ ਵੀ ਗੱਲ ਕਰਾਂਗੇ। ਪੌਰ ਸਾਹਿਬ ਜਿੱਦਾਂ ਤੁਸੀਂ ਕਿਹਾ, ਇੱਕ ਇਹ ਵੀ ਬਹੁਤ ਵੱਡਾ ਸਵਾਲ ਸਮੇਂ-ਸਮੇਂ ਤੇ ਉੱਠਦਾ ਰਹਿੰਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਪ੍ਰਬੰਧ ਹੈ ਉਸ ਨੂੰ ਰਾਜਸੀ ਗਲਬੇ ਤੋਂ ਵੀ ਮੁਕਤ ਕਰਨ ਦੀ ਜ਼ਰੂਰਤ ਹੈ, ਕਿਉਂਕਿ ਪਿਛਲੇ ਲੰਬੇ ਸਮੇਂ 'ਚ SGPC ਨੂੰ ਆਪਣੇ ਰਾਜਸੀ ਮੰਤਵਾਂ ਲਈ ਇਸਤੇਮਾਲ ਕੀਤਾ ਜਾਂਦਾ ਰਿਹਾ। ਜੀ ਪੌਰ ਜੀ, ਮੈਨੂੰ ਇਹ ਲੱਗਦਾ ਵੀ ਰਾਜਸੀ ਗਲਬੇ ਤੋਂ ਸ਼ਾਇਦ ਮੁਕਤ ਨਾ ਹੋ ਸਕੇ, ਕਿਉਂਕਿ ਜਿਹੜੀਆਂ ਧਿਰਾਂ ਵੀ ਚੋਣ ਲੜਨੀ ਚਾਹੁੰਦੀਆਂ ਉਹਨਾਂ ਦੇ ਕਿਤੇ ਨਾ ਕਿਤੇ ਰਾਜਸੀ ਕਨੈਕਸ਼ਨ ਜ਼ਰੂਰ ਹੈ। ਕਿਸੇ ਦੇ ਡਾਇਰੈਕਟ ਕਨੈਕਸ਼ਨ ਹੈ, ਕਿਸੇ ਦੇ ਇਨਡਾਇਰੈਕਟ ਕਨੈਕਸ਼ਨ ਹੈ, ਤੇ ਜਦੋਂ ਕਨੈਕਸ਼ਨ ਪਿੱਛੇ ਰਾਜਸੀ ਹੋਣ ਤੇ ਫਿਰ ਇਹਦੇ ਵਿੱਚ ਇਹ ਰੋਲ ਨੂੰ ਖਤਮ ਨਹੀਂ ਕੀਤਾ ਜਾ ਸਕਦਾ, ਘਟਾ ਸਕਦਾ। ਗੱਲ ਤੁਸੀਂ ਕਹਿ ਰਹੇ ਹੋ ਕਿ ਕੋਸ਼ਿਸ਼ ਦੇ ਬਾਵਜੂਦ ਵੀ ਇਹ ਨਹੀਂ ਕੀਤਾ ਜਾ ਸਕਦਾ। ਕੀ ਤੁਹਾਡੀ ਕਹਿਣ ਤੋਂ ਮੁਰਾਦ ਹੈ ਪੰਜਾਬ ਦੇ ਵਿੱਚ, ਜੇ ਮੈਂ ਸਿੱਧੇ ਤੌਰ ਤੇ ਸਪਸ਼ਟ ਸਵਾਲ ਲਵਾਂ, ਕੈਪਟਨ ਅਮਰਿੰਦਰ ਦੀ ਧਿਰ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ 'ਚ ਬੜੀ ਦਿਲਚਸਪੀ ਲੈ ਰਹੀ ਹੈ। ਸੁਨੀਲ ਜਾਖੜ ਨੇ ਜਿਹੜਾ ਗੁਰਦੁਆਰਾ ਇਲੈਕਸ਼ਨ ਬੋਰਡ ਦਾ ਚੇਅਰਮੈਨ ਹੀ ਪਹਿਲਾ ਬਿਆਨ ਦਿੱਤਾ, ਉਹ ਜੀ ਹੁਣ ਜਿਹੜਾ ਹੈਗਾ ਬਾਦਲਾਂ ਨੂੰ ਜਿਹੜਾ ਹੈਗਾ ਪਾਸੇ ਕੀਤਾ ਜਾਏਗਾ SGPC ਤੋਂ। ਇੱਕ ਵੱਖਰਾ ਮੁੱਦਾ ਕਿ ਉਹਨਾਂ ਬਾਦਲ ਨਾਲ ਟਕਰਾਅ ਹੈ, ਪਰ ਮੈਂ ਜਿਹੜਾ ਸਵਾਲ ਲੈ ਰਿਹਾ ਉਹ ਇਹੀ ਹੈ ਕਿ ਕੈਪਟਨ ਅਮਰਿੰਦਰ, ਸੁਨੀਲ ਜਾਖੜ ਕਾਂਗਰਸ ਦੇ ਨੁਮਾਇੰਦੇ ਆਗੂ ਹੈ, ਉਹ ਵੀ ਸ਼੍ਰੋਮਣੀ ਕਮੇਟੀ 'ਚ ਪੂਰੀ ਦਿਲਚਸਪੀ ਲੈ ਰਿਹਾ। ਤੁਹਾਡਾ ਮਤਲਬ ਕਿ ਵੀ ਜੇ ਕੈਪਟਨ ਅਮਰਿੰਦਰ ਦੀ ਸਰਕਾਰ ਹੈ ਤਾਂ ਇਹ ਵੀ ਹੁਣ ਦਿਲਚਸਪੀ ਲਏਗਾ ਕਿ ਆਪਣੀ ਧਿਰ ਮੈਂ SGPC 'ਚ ਲੈ ਕੇ ਆਵਾਂ? ਦੇਖੋ, ਇਸ ਤਰ੍ਹਾਂ ਹੁੰਦਾ ਹੈ ਵੀ ਇਹ ਵੋਟਾਂ ਸਿੱਖਾਂ ਦੀਆਂ ਬਣਨੀਆਂ, ਇਹ ਨਾ ਕਾਂਗਰਸੀਆਂ ਦੀਆਂ ਬਣਨੀਆਂ, ਕਿਸੇ
ਦੀਆਂ ਬਣੀਆਂ ਨਾ ਅਕਾਲੀਆਂ ਦੀਆਂ ਬਣੀਆਂ, ਸਿੱਖਾਂ ਦੀਆਂ ਵੋਟਾਂ ਬਣੀਆਂ, ਪਰ ਬਤੌਰ ਪਾਰਟੀ ਕਾਂਗਰਸ ਨੇ ਕਦੀ ਪਾਰਟਿਸਿਪੇਟ ਨਹੀਂ ਕੀਤਾ। ਹਾਂ, ਇਹ ਜ਼ਰੂਰ ਹੈ ਵੀ ਉਹ ਆਪਣੇ ਵਿਰੋਧੀਆਂ ਨੂੰ ਕੋਈ ਸਬਕ ਸਿਖਾਉਣ ਦੇ ਲਈ ਜਿਹੜੇ ਉਹਨਾਂ ਦੇ ਤਕੜੇ ਵਿਰੋਧੀਆਂ ਦੇ ਤਕੜੇ ਆਪੋਨੈਂਟ ਹੋਣਗੇ ਉਹਨਾਂ ਨੂੰ ਮਦਦ ਜ਼ਰੂਰ ਕਰ ਸਕਦੇ ਆ, ਪਰੰਤੂ ਉਹ ਖੁਦ ਇਲੈਕਸ਼ਨ ਨਾ ਲੜੇ ਆ ਨਾ ਲੜ ਸਕਦੇ ਆ। ਤੇ ਵੈਸੇ ਤੇ ਐਸਜੀਪੀਸੀ ਜਿਨ੍ਹਾਂ ਦੇ ਕੰਟਰੋਲ 'ਚ ਹੋਣਾ ਹੈ ਬਾਦਲ ਅਕਾਲੀ ਦਲ ਦੇ, ਉਹਨਾਂ ਦੇ ਸੰਬੰਧੀ ਵੀ ਇੱਕ ਕੇਸ ਪਿਆ ਹੋਇਆ ਵੀ ਇਹਨਾਂ ਨੇ 2 ਸੰਵਿਧਾਨ ਦਿੱਤੇ ਹੋਏ, ਕਿਉਂਕਿ ਇਲੈਕਸ਼ਨ ਕਮਿਸ਼ਨ ਦੀ ਇੱਕ ਹਦਾਇਤ ਹੈ ਵੀ ਜਿਹੜੀ ਪਾਰਟੀ ਵੀ ਚੋਣ ਲੜਨੀ ਉਹ ਰਾਜਨੀਤਿਕ ਧਿਰ ਨਹੀਂ ਹੋਣੀ ਚਾਹੀਦੀ। ਤੇ ਅਕਾਲੀ ਦਲ 2 ਸੰਵਿਧਾਨ ਦੇ ਕੇ ਲੜਦਾ ਰਿਹਾ, ਉਹ ਕੇਸ ਚੱਲ ਰਿਹਾ, ਉਹਦਾ ਪਤਾ ਨਹੀਂ ਕੀ ਫੈਸਲਾ ਹੋਣਾ, ਕਦੋਂ ਹੋਣਾ, ਉਹ ਅਜੇ ਲੰਬਾ ਸਮਾਂ। ਤੇ ਡਾਇਰੈਕਟਲੀ ਕਦੀ ਕਾਂਗਰਸ ਨੇ ਚੋਣ ਨਹੀਂ ਲੜੀ, ਪਰ ਇਹ ਜ਼ਰੂਰ ਹੈ ਵੀ ਬਾਦਲ ਵਿਰੋਧੀਆਂ ਦੀ ਉਹ ਮਦਦ ਜ਼ਰੂਰ ਕਰਨਗੇ। ਓਕੇ ਪ੍ਰੋਫੈਸਰ ਸਾਹਿਬ, ਮਿਹਰਬਾਨੀ। ਆਪਾਂ ਨੂੰ ਇੱਕ ਬ੍ਰੇਕ ਲੈਣੀ ਪੈਣੀ ਹੈ। ਬ੍ਰੇਕ ਤੋਂ ਬਾਅਦ ਇਸੇ ਮੁੱਦੇ ਤੇ ਆਪਾਂ ਆਏ ਵਾਪਸ। ਆਮੋ ਸਾਹਮਣੇ ਪ੍ਰੋਗਰਾਮ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਦਾ ਮੁੜ ਇੱਕ ਵਾਰ ਸਵਾਗਤ ਹੈ। ਸਾਡੇ ਨਾਲ ਹਨ ਜਥੇਦਾਰ ਪੌਰ, ਜਿਨ੍ਹਾਂ ਨਾਲ ਆਪਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਜੁੜੇ ਅਹਿਮ ਸਵਾਲਾਂ ਤੇ ਕਰ ਰਹੇ ਹਾਂ ਚਰਚਾ। ਔਰ ਸਰ, ਜੇ ਆਪਾਂ ਮੌਜੂਦਾ ਪੰਜਾਬ ਦੀਆਂ ਪ੍ਰਸਥਿਤੀਆਂ ਦੀ ਗੱਲ ਕਰਦੇ ਹਾਂ ਤਾਂ ਪੰਜਾਬ ਇੱਕ ਬਹੁਤ ਹੀ ਨਵੇਂ ਦੌਰ ਦੇ ਵਿੱਚੋਂ ਗੁਜ਼ਰ ਰਿਹਾ ਹੈ। ਖੇਤੀ ਸੰਬੰਧੀ ਨਵੇਂ ਕਾਨੂੰਨਾਂ ਨੂੰ ਲੈ ਕੇ ਪੂਰਾ ਪੰਜਾਬ ਸੜਕਾਂ ਤੇ ਹੈ, ਕਿਸਾਨੀ ਵਿੱਚ ਰੋਸ ਹੈ। ਇਸ ਰੋਸ ਦੇ ਵਿੱਚ ਕਿਸਾਨੀ ਨੂੰ ਅਕਾਲੀ ਦਲ ਦੇ ਖਿਲਾਫ ਵੀ ਬਹੁਤ ਵੱਡਾ ਵਿਆਪਕ ਰੋਸ ਹੈ, ਕਿਉਂਕਿ ਜਿਹੜੇ ਪਹਿਲੇ ਆਰਡੀਨੈਂਸ ਸੀ ਅਕਾਲੀ ਦਲ ਨੇ ਉਹਨਾਂ ਦੀ ਹਮਾਇਤ ਕੀਤੀ ਸੀ। ਆਉਣ ਵਾਲੇ ਸਮੇਂ 'ਚ ਜਦੋਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਆਉਣਗੀਆਂ, ਕਿ ਇਹ ਕਿਸਾਨੀ ਦਾ ਜਿਹੜਾ ਅਕਾਲੀਆਂ ਪ੍ਰਤੀ ਤਿੱਖਾ ਵਿਰੋਧ ਹੈ ਉਹ ਅਕਾਲੀ ਲੀਡਰਸ਼ਿਪ ਖਾਸ ਤੌਰ ਤੇ ਬਾਦਲਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਾ ਸਕਦਾ ਹੈ? ਔਰ ਸਾਹਿਬ ਸਿੱਧੂ ਸਾਹਿਬ, ਅਕਾਲੀ ਦਲ ਦੇ 2 ਵੋਟ ਬੈਂਕ ਪੱਕੇ ਰਹੇ ਆ ਜੀ, ਇੱਕ ਕਿਸਾਨੀ ਤੇ ਦੂਜਾ ਪੰਥਕ ਵੋਟ ਬੈਂਕ। ਬਦਕਿਸਮਤੀ ਇਹਨਾਂ ਦੀ ਇਹ ਹੈ ਵੀ ਇਹਨਾਂ ਨੇ ਪਿਛਲੇ ਸਮੇਂ 'ਚ ਆਪਣੇ ਕਾਰਨਾਮਿਆਂ ਦੇ ਨਾਲ ਦੋਨੇ ਹੀ ਵੋਟ ਬੈਂਕ ਨਾਰਾਜ਼ ਕਰ ਲਏ। ਪੰਥਕ ਵੋਟ ਬੈਂਕ ਵੀ ਨਾਰਾਜ਼ ਕੀਤਾ ਹੋਇਆ। ਬਰਗਾੜੀ ਕਾਂਡ ਵੇਲੇ ਜੋ ਕੁਝ ਹੋਇਆ, ਅਕਾਲੀਆਂ ਦੀ ਸਰਕਾਰ ਮਹਾਰਾਜ ਦੇ ਸਰੂਪ ਕੰਧਾਂ ਤੇ ਇਸ਼ਤਿਹਾਰ ਲਾ ਕੇ ਲੋਕ ਚੁੱਕ ਕੇ ਲੈ ਜਾਣ ਤੇ ਫਿਰ ਧਰਨਾ ਦੇਣ ਵਾਲਿਆਂ ਨੂੰ ਲੋਕ ਕਹਿੰਦੇ ਰਹਿਣ ਗੋਲੀਆਂ ਵੀ ਪੰਜਾਬ ਦੀ ਪਵੇ, ਇਹਨਾਂ ਦੀ ਪੁਲਿਸ ਮਾਰ ਦੇਵੇ, ਤੇ ਫਿਰ ਵੀ ਦੋਸ਼ੀਆਂ ਨੂੰ ਬਚਾਉਣ ਵਾਲੇ ਬੰਦੇ ਤੁਰੇ ਰਹਿਣ। ਜੀ ਜੀ, ਮਾਫੀਆਂ ਦਵਾ ਕੇ, ਝੂਠੀਆਂ ਮਾਫੀਆਂ ਅਕਾਲ ਤਖਤ ਦੇ ਜਥੇਦਾਰ ਤੋਂ ਦਵਾ ਕੇ ਇਹਨਾਂ ਨੇ ਆਪਣਾ ਪੰਥਕ ਵਕਾਰ ਪਹਿਲਾਂ ਹੀ ਖਤਮ ਕਰ ਲਿਆ ਸੀ। ਆਹ ਜਿਹੜਾ ਕਿਸਾਨੀ ਦਾ ਆਧਾਰ ਸੀਗਾ, ਇਹ ਜਿਹੜੇ 3 ਅਮੈਂਡਮੈਂਟ ਬਿਲਸ ਲਿਆਂਦੇ ਸੀ ਮੋਦੀ ਸਰਕਾਰ ਨੇ, ਇਹ ਉਹਨਾਂ ਦੀ ਬਾਰ-ਬਾਰ ਪਹਿਲਾਂ ਟੈਲੀਵਿਜ਼ਨਾਂ ਤੇ ਫਿਰ ਮੀਡੀਆ ਰਾਹੀਂ, ਪ੍ਰਿੰਟ ਮੀਡੀਆ ਰਾਹੀਂ ਇੰਨੀ ਜ਼ਿਆਦਾ ਵਕਾਲਤ ਕਰਦੇ ਰਹੇ ਵੀ ਸਾਰੇ ਹੀ ਝੂਠ ਬੋਲਦੇ ਆ ਤੇ ਅਸੀਂ ਸੱਚ ਬੋਲਦੇ ਆ, ਤੇ ਮੋਦੀ ਦੇ ਜਿਹੜੇ ਲਿਆਂਦੇ ਗਏ 3 ਅਮੈਂਡਮੈਂਟਸ ਹੈਗੀਆਂ ਇਹ ਕਿਸਾਨਾਂ ਦੇ ਹੱਕ ਵਿੱਚ ਹੈ। ਇੱਥੋਂ ਤੱਕ ਵੀ ਚਲੇ ਗਏ ਜਦੋਂ ਇਹਨਾਂ ਦੀ ਪੇਸ਼ ਨਹੀਂ ਸੀ ਜਾਂਦੀ, ਜਦੋਂ ਇਹਨਾਂ ਨੂੰ ਇਹ ਲੱਗਦਾ ਸੀ ਵੀ ਅਸੀਂ ਜਸਟੀਫਿਕੇਸ਼ਨ ਨਹੀਂ ਦੇ ਰਹੇ, ਤੇ ਵੱਡੇ ਬਾਦਲ ਸਾਹਿਬ ਨੂੰ ਵੀ ਘਰੋਂ ਵਿਚਾਰਿਆਂ ਨੂੰ ਚੁੱਕ ਲਿਆ, ਉਹਨਾਂ ਦੀ ਸਟੇਟਮੈਂਟ ਵੀ ਦਵਾਤੀ। ਤੇ ਇਹ ਸਾਰਾ ਕੁਝ ਹੋਇਆ ਇਹਦੇ ਨਾਲ। ਹੁਣ ਵੀ ਦੇਖੋ, ਹੁਣ ਇਹ ਤੋੜ ਵਿਛੋੜਾ ਹੋ ਗਿਆ ਬੀਜੇਪੀ ਦੇ ਨਾਲ। ਹੁਣ ਬੀਜੇਪੀ ਵਾਲੇ ਵੀ ਅੰਦਰਲੀਆਂ ਗੱਲਾਂ ਦੱਸ ਰਹੇ ਆ ਵੀ ਜਿੰਨੀ ਵਾਰੀ ਕੈਬਨਿਟ 'ਚ ਡਿਸਕਸ ਹੋਇਆ ਬੀਬੀ ਜੀ ਉੱਥੇ ਬੈਠੇ ਸੀ, ਇਹਨਾਂ ਨੇ ਹਰ ਕੈਬਨਿਟ ਦੀ ਹਾਜ਼ਰੀ ਭਰੀ ਹੈ। ਤੇ ਇਹ ਸਾਰਾ ਕੁਝ ਇੱਕ ਵਾਰੀ ਐਸਾ ਮਾਹੌਲ ਬਣ ਗਿਆ, ਐਕਸਪੋਜ਼ਰ ਏਡਾ ਵੱਡਾ ਹੋ ਗਿਆ ਇਸ ਪਰਿਵਾਰ ਦਾ। ਹੁਣ ਕਿਸਾਨੀ ਵੀ ਨਾਰਾਜ਼ ਹੈ ਤੇ ਪੰਥ ਵੀ ਨਾਰਾਜ਼ ਹੈ, ਤੇ ਮੈਨੂੰ ਨਹੀਂ ਲੱਗਦਾ ਵੀ ਇਹ ਇਹਨਾਂ ਨੂੰ ਦੋਨਾਂ ਧਿਰਾਂ ਨੂੰ ਮਨਾ ਸਕਣ ਦੇ ਸਮਰੱਥ ਹੋ ਸਕੇ। ਇਹਦਾ ਖਿਆਜ਼ਾ ਭੁਗਤਣਾ ਪੈ ਸਕਦਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਦੇ ਅੰਦਰ, ਜ਼ਰੂਰ ਭੁਗਤਣਾ ਪਏਗਾ ਜੀ। ਪਰਸੋਂ ਜਦੋਂ ਆਪਾਂ ਕਿਸਾਨੀ ਦੀ ਗੱਲ ਕਰਦੇ ਹਾਂ ਮੁੱਦਿਆਂ ਤੇ, ਤੁਸੀਂ ਭਾਰਤੀ ਜਨਤਾ ਪਾਰਟੀ ਦਾ ਜ਼ਿਕਰ ਕੀਤਾ ਹੈ ਕਿ ਭਾਰਤੀ ਜਨਤਾ ਪਾਰਟੀ ਨਾਲ ਇਹਨਾਂ ਦਾ ਤੋੜ ਵਿਛੋੜਾ ਹੋ ਗਿਆ ਹੈ। ਕੱਲ ਨੂੰ ਜਿਸ ਮੌਕੇ ਤੇ ਜਦੋਂ ਵੀ ਆਮ ਚੋਣਾਂ ਆਉਂਦੀਆਂ, ਅੱਗੇ ਕੇਂਦਰ 'ਚ ਭਾਈਵਾਲ ਸੀ, ਹੁਣ ਕੇਂਦਰ ਦੀ ਹਮਾਇਤ ਵੀ ਅਕਾਲੀ ਦਲ ਨੂੰ ਨਹੀਂ ਰਹੀ। ਇਹਨਾਂ ਬਦਲੀਆਂ ਹੋਈਆਂ ਪ੍ਰਸਥਿਤੀਆਂ 'ਚ ਲੱਗਦਾ ਕਿ ਸਰਕਾਰੀ ਤੌਰ ਤੇ ਜਿਹੜਾ ਪਹਿਲਾਂ ਕੋਈ ਆਪਣਾ ਪ੍ਰਭਾਵ ਇਸਤੇਮਾਲ ਕਰ ਸਕਦਾ ਸੀਗਾ ਬਾਦਲ ਅਕਾਲੀ ਦਲ, ਉਹ ਹੁਣ ਉਸ ਤੋਂ ਵੀ ਵਾਂਝਾ ਰਹੇਗਾ। ਇਸ ਦਾ ਵੀ ਕੋਈ ਇੰਪੈਕਟ ਪੈਣ ਦੀ ਸੰਭਾਵਨਾ ਨਜ਼ਰ ਆ ਰਹੀ ਹੈ, ਕਿਉਂਕਿ ਪਹਿਲਾਂ ਆਪ ਸੱਤਾ 'ਚ ਹੁੰਦੇ ਸੀ ਜਾਂ ਕੇਂਦਰ 'ਚ ਭਾਈਵਾਲ ਹੁੰਦੇ ਸੀ, ਨਾ ਹੁਣ ਪੰਜਾਬ 'ਚ ਹੈ ਤੇ ਨਾ ਕੇਂਦਰ 'ਚ ਹੈ। ਦੇਖੋ, ਮੈਨੂੰ ਇਸ ਤਰ੍ਹਾਂ ਲੱਗਦਾ ਹੈ ਵੀ ਅੱਗੇ ਅਕਾਲੀ ਦਲ ਦਾ ਐਸਾ ਚਿਹਰਾ ਮੋਹਰਾ ਲੋਕਾਂ ਦੇ ਸਾਹਮਣੇ ਸੀ ਵੀ ਜੋ ਅਕਾਲੀ ਕਹਿ ਦਿੰਦੇ ਆ ਨਾ, ਉਹ ਆਪਣੇ ਆਖਰੀ ਸਵਾਸਾਂ ਤੱਕ ਨਿਭਾਉਂਦੇ ਆ। ਤੇ ਆ ਪਿਛਲੇ ਦਿਨਾਂ ਵਿੱਚ ਬਾਰ-ਬਾਰ ਆਪਣੇ ਸਟੈਂਡ ਤੋਂ ਬਦਲਣਾ, ਬਾਰ-ਬਾਰ ਕਦੀ ਕੁਛ ਕਹਿ ਦੇਣਾ, ਕਦੀ ਕੁਛ ਕਹਿ ਦੇਣਾ, ਇਹ ਸਾਰੇ ਕੁਝ ਨੇ ਤਾਂ
ਬੰਦ ਕਰ ਦਿੱਤਾ। ਔਰ ਮੈਨੂੰ ਕਿਤੇ ਕਿਤੇ ਸ਼ੱਕ ਪੈਂਦੀ ਹੈ ਇਸ ਗੱਲ ਦੀ, ਪਤਾ ਨਹੀਂ ਮੇਰੇ ਮਨ 'ਚੋਂ ਮੇਰੀ ਇੰਟਿਊਸ਼ਨ ਹੈ ਜੀ, ਵੀ ਮੈਨੂੰ ਲੱਗਦਾ ਅਜੇ ਵੀ ਬਾਦਲ ਸਾਹਿਬ ਇੱਕ ਕਾਰਡ ਖੇਡਣਗੇ। ਉਸ ਕਾਰਡ ਦੇ ਰਾਹੀਂ ਅੰਤ ਵਿੱਚ ਇਹ ਉਹ ਗੱਲ ਕਹਿ ਦੇਣਗੇ ਵੀ ਇਹ ਤਾਂ ਬੱਚੇ, ਇਹਨਾਂ ਨੂੰ ਕੀ ਪਤਾ, ਇਹ ਸਾਡਾ 9 ਮਾਸ ਦਾ ਰਿਸ਼ਤਾ ਐਵੇਂ ਟੁੱਟ ਸਕਦਾ ਹੈ, ਸ਼ਾਇਦ ਕਿਤੇ ਫੇਰ ਗਲਵੱਕੜੀ ਪੈ ਜਾਏ। ਕਿਉਂਕਿ ਉਹ ਸੱਤਾ ਹਾਸਲ ਕਰਨ ਲਈ ਕੁਝ ਕਿਸੇ ਹੱਦ ਤੱਕ ਵੀ ਜਾ ਸਕਦੇ। ਓਕੇ, ਤੁਹਾਨੂੰ ਖਦਸ਼ਾ ਹੈ ਇਸ ਗੱਲ ਦਾ ਕਿ ਦੁਬਾਰਾ ਵੀ ਜੱਫੀਆਂ ਪੈ ਸਕਦੀਆਂ, 9 ਮਾਸ ਦਾ ਰਿਸ਼ਤਾ ਫੇਰ ਜੁੜ ਸਕਦਾ ਹੈ? ਅਜੇ ਉਹ ਕਹਿ ਹੀ ਦੇਣਾ ਵੀ ਇਹਨਾਂ ਨੂੰ ਕੀ ਪਤਾ ਕੀ ਹੁੰਦੇ ਰਿਸ਼ਤੇ, ਤੇ ਮੈਂ ਤੇ ਇਹਨਾਂ ਨੂੰ ਮੁੜ ਕੇ ਫੇਰ ਉੱਥੇ ਚਲੇ ਜਾਣਗੇ। ਜੀ ਪੌਰ ਬੇਸ਼ੱਕ ਸਾਡਾ ਅੱਜ ਦਾ ਜਿਹੜਾ ਇਹ ਸਵਾਲ ਨਹੀਂ ਹੈ, ਪਰ ਕਿਉਂਕਿ 9 ਮਾਸ ਦੇ ਰਿਸ਼ਤੇ ਦਾ ਤੁਸੀਂ ਜ਼ਿਕਰ ਕਰ ਰਹੇ ਹੋ, ਮੀਡੀਆ ਦੇ ਅੰਦਰ ਜਿਹੜਾ ਤਾਜ਼ਾ ਰਿਪੋਰਟਸ ਜਿਹੜੀਆਂ ਆ ਰਹੀਆਂ, ਇੱਕ ਪਾਸੇ ਕੈਪਟਨ ਅਮਰਿੰਦਰ ਇਹ ਕਹਿ ਰਿਹਾ ਹੈ ਕਿ ਬਾਦਲ ਜਿਹੜੇ ਹੈਗੇ ਆ ਉਹ ਕਿਸਾਨੀ ਮੁੱਦਿਆਂ ਨੂੰ ਲੈ ਕੇ ਅਜੇ ਜਿੱਦਾਂ ਤੁਸੀਂ ਕਹਿ ਰਹੇ ਹੋ ਕੇਂਦਰ ਦੇ ਨਾਲ ਮਿਲ ਕੇ ਵੀ ਗੇਮ ਖੇਡ ਸਕਦੇ ਆ। ਦੂਜੇ ਪਾਸੇ ਬਾਦਲਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਕੈਪਟਨ ਅਮਰਿੰਦਰ ਜਿਹੜਾ ਹੈਗਾ ਕੇਂਦਰ ਦੀ ਮੋਦੀ ਸਰਕਾਰ ਨਾਲ ਕਿਸਾਨੀ ਦੇ ਖਿਲਾਫ ਮਿਲ ਕੇ ਖੇਡਾਂ ਖੇਡ ਰਿਹਾ ਹੈ। ਕਿਧਰੇ ਲੱਗਦਾ ਹੈ ਕਿ ਜਿਹੜੀ ਦੋਸਤਾਨਾ ਮੈਚ ਹੈ ਬੜਾ ਮਿਲਗੂਬਾ ਜਿਹਾ ਨਜ਼ਰ ਆ ਰਿਹਾ ਹੈ, ਕਿਤੇ ਕੈਪਟਨ ਅਮਰਿੰਦਰ, ਕਿਤੇ ਬਾਦਲ ਤੇ ਕਿਤੇ ਮੋਦੀ। ਦੇਖੋ, ਇਹ ਜੋ ਮਰਜ਼ੀ ਕਰੀ ਜਾਣ, ਪੰਜਾਬ ਦਾ ਕਿਸਾਨ ਤੇ ਪੰਜਾਬ ਦਾ ਨੌਜਵਾਨ ਬਹੁਤ ਜ਼ਿਆਦਾ ਸੁਚੇਤ ਹੋ ਚੁੱਕਾ। ਉਹ ਇਹਨਾਂ ਦੇ ਕਿਸੇ ਝਾਂਸੇ ਵਿੱਚ ਨਹੀਂ ਆਉਂਦਾ। ਇਹੀ ਕਾਰਨ ਹੈ ਇਹ ਆਪੋ ਆਪਣੀਆਂ ਟਰੈਕਟਰ ਰੈਲੀਆਂ ਕੱਢ ਰਹੇ, ਉਹ ਇਹਨਾਂ ਨੂੰ ਨੇੜੇ ਨਹੀਂ ਫੜਕਣ ਦੇ ਰਹੇ। ਉਹਨਾਂ ਨੇ ਬੜੀ ਵਾਰੀ ਧੋਖਾ ਖਾ ਲਿਆ, ਇਹਨਾਂ ਦੇ ਕੋਲ ਹੁਣ ਐਤਕੀ ਧੋਖਾ ਨਹੀਂ ਖਾਣਾ। ਤੇ ਉਹਨਾਂ ਨੇ ਤਾਂ ਆਪਣਾ ਜਿਹੜਾ ਉਹਨਾਂ ਦੇ ਵਿੱਚ ਵਾਲਾ ਬੰਦਾ ਅਜਮੇਰ ਸਿੰਘ ਲਖੋਵਾਲ, ਉਹ ਪਾਸੇ ਹੋ ਕੇ ਦੂਜਾ ਰਾਹ ਲੈਣ ਲੱਗਾ ਸੀ, ਉਹਨਾਂ ਨੇ ਚੁੱਕ ਕੇ ਬਾਹਰ ਮਾਰਿਆ, ਕਹਿੰਦੇ ਤੂੰ ਭਾਈ ਆਪਣਾ ਕੰਮ ਕਰ, ਸਾਡੀ ਤੇਰੀ ਕੋਈ ਲੋੜ ਨਹੀਂ। ਤੇ ਉਹਨਾਂ ਨੇ ਇਹਨਾਂ ਦੇ ਵਿੱਚ ਨਹੀਂ ਫਸਣਾ। ਜਿਹੜੇ ਕਿਸਾਨ ਹੈ ਉਹ ਰਿਜ਼ਲਟ ਮੰਗਦੇ। ਤੇ ਇਹ ਜਿਹੜੇ ਤਿੰਨੋਂ ਹੀ ਐਕਟ ਆ, ਮੈਂ ਸੰਖੇਪ ਦੇ ਵਿੱਚ ਜੇ ਮਾੜਾ ਜਿਹਾ ਜ਼ਿਕਰ ਕਰਾਂ, ਮੈਂ ਪੜ੍ਹੇ ਆ। ਦੇਖੋ, ਪਹਿਲਾ ਐਕਟ ਤਾਂ ਆ ਜਿਹੜਾ ਐਸੈਂਸ਼ੀਅਲ ਕਮੋਡਿਟੀ ਐਕਟ 1955 ਸੀ ਨਾ, ਜਿਹਦੇ ਵਿੱਚ ਜਮਾਖੋਰੀ ਨਹੀਂ ਸੀ ਕੋਈ ਕਰ ਸਕਦਾ। ਪਹਿਲਾਂ ਤਾਂ ਪਹਿਲੀ ਜਿਹੜੀ ਅਮੈਂਡਮੈਂਟ ਹੈ ਉਹ ਇਹ ਆ ਵੀ ਜਮਾਖੋਰੀ ਦੀ ਇਹਨਾਂ ਨੇ ਆਗਿਆ ਦੇ ਦਿੱਤੀ ਮੋਦੀ ਗਵਰਨਮੈਂਟ ਨੇ, ਵੀ ਤਕੜਾ ਬੰਦਾ ਜਿੰਨਾ ਮਰਜ਼ੀ ਸਟੋਰ ਕਰ ਲਓ, ਸਸਤੇ ਭਾਅ ਤੇ ਲੈ ਕੇ ਜਿਹੜੇ ਮਰਜ਼ੀ ਭਾਅ ਵੇਚੇ। ਇੱਕ ਤਾਂ ਇਹ ਹੋ ਗਿਆ। ਦੂਜਾ ਉਹ ਕਹਿ ਰਹੇ ਆ ਵੀ ਕੰਟਰੈਕਚੁਅਲ ਐਗਰੀਕਲਚਰ ਹੋਏਗੀ। ਜਿਹੜੀ ਕੰਟਰੈਕਚੁਅਲ ਐਗਰੀਕਲਚਰ ਉਹਦੇ 'ਚ ਹੁਣ ਮੋਦੀ ਦੇ ਨਾਲ ਜੇ 2 ਏਕੜ ਵਾਲਾ ਸਮਝੌਤਾ ਕਰ ਲਊਗਾ ਤਾਂ, ਜਾਂ ਅੰਬਾਨੀ ਦੇ ਨਾਲ 2 ਏਕੜ ਵਾਲਾ ਸਮਝੌਤਾ ਕਰ ਲਊ, 2 ਏਕੜ ਵਾਲੇ ਦੀ ਕਿਹਨੇ ਸੁਣਨੀ ਜੀ? ਪੋਸੀਬਲ ਹੀ ਨਹੀਂ। ਕਿਸੇ ਨੇ ਨਹੀਂ ਸੁਣਨੀ। ਤੇ ਫਿਰ ਇਹ ਵੀ ਸਮਝੌਤਾ ਹਮੇਸ਼ਾ ਬਰਾਬਰਦਿਆਂ 'ਚ ਹੁੰਦਾ। ਸਮਝੌਤਾ ਇਹ ਨਹੀਂ ਹੁੰਦਾ ਵੀ 1-2 ਏਕੜ ਵਾਲਾ ਕਿਰਤੀ ਅੰਬਾਨੀ ਦੇ ਨਾਲ ਵਿਚਾਰਾ ਕਾਹਦਾ ਸਮਝੌਤਾ ਕਰ ਲਊ। ਤੀਜਾ ਉਹਨਾਂ ਨੇ ਕਿਹਾ ਵੀ ਓਪਨ ਮਾਰਕੀਟ। ਹੁਣ ਦੇਖੋ, ਪੰਜਾਬ ਦਾ 85% ਕਿਸਾਨ ਜਿਹੜਾ ਹੈ ਉਹ 5 ਏਕੜ ਤੋਂ ਘੱਟ ਵਾਲਾ ਹੈ। ਜੇ 5 ਏਕੜ ਦੇ ਵਿੱਚ ਵੀ ਉਹ ਕਣਕ ਬੀਜੂਗਾ ਨਾ ਤਾਂ 90 ਕੁਇੰਟਲ ਨਿਕਲਣੀ ਹੈ, 18-20 ਕੁਇੰਟਲ ਨਿਕਲਦੀ ਹੈ। ਤੇ ਉਹ ਤਾਂ ਇੱਕ ਟਰਾਲੀ 'ਚ ਪੈ ਜਾਣੀ ਹੈ, ਉਹ ਲੈ ਕੇ ਮੱਧ ਪ੍ਰਦੇਸ਼ ਤਾਂ ਵੇਚਣ ਜਾਣੋ ਰਿਹਾ। ਕਈ ਕਿਸਾਨ ਐਸੇ ਜਿਨ੍ਹਾਂ ਦੇ ਕੋਲ ਵਿਚਾਰਿਆਂ ਦੇ ਮੰਡੀ ਤੱਕ ਲਿਜਾਣ ਲਈ, ਜਿਹੜੀ ਪਿੰਡ ਦੀ ਮੰਡੀ ਤੱਕ ਲਿਜਾਣ ਲਈ ਵੀ ਟਰੈਕਟਰ ਟਰਾਲੀ ਨਹੀਂ, ਉਹਦਾ ਮੰਗ ਕੇ ਲੈ ਕੇ ਜਾਂਦੇ। ਬਹੁਤੇ ਕਿਰਾਏ ਦੇ ਟਰੈਕਟਰਾਂ ਨਾਲ ਉਹਨਾਂ ਨੂੰ ਓਪਨ ਮਾਰਕੀਟ ਦਾ ਕੀ ਫਾਇਦਾ? ਤੁਹਾਨੂੰ ਲੱਗਦਾ ਕਿ ਕਿਸਾਨ ਝਾਂਸੇ 'ਚ ਨਹੀਂ ਆਉਣਗੇ ਕਿਸੇ ਵੀ ਢੰਗ ਨਾਲ? ਬਿਲਕੁਲ ਨਹੀਂ ਆਉਣਗੇ। ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਸਰਕਾਰ ਜਿਹੜੀ ਆ ਇਹ ਸਟੇਟ ਗਵਰਨਮੈਂਟਾਂ ਦੀਆਂ ਤਾਂ ਸੰਘੀਆਂ ਘੁੱਟ ਰਹੀ ਆ, ਖੇਤਰੀ ਸਰਕਾਰਾਂ ਦੀ। ਇਹ ਹੁਣ ਕਿਸਾਨੀ ਤੇ ਅੱਖ ਟਿਕਾਈ ਬੈਠੇ ਆ, ਕਿਉਂਕਿ ਮੋਦੀ ਸਰਕਾਰ ਨੇ ਜੋ ਸਾਰੇ ਵੱਡੇ ਕਾਰਪੋਰੇਟ ਘਰਾਣਿਆਂ ਦੇ ਹੱਥ ਦੇ ਦਿੱਤਾ। ਏਅਰਲਾਈਨਾਂ, ਏਅਰਪੋਰਟ, ਰੇਲਵੇ, ਰੋਡਸ, ਫਿਰ ਹੈਲਥ, ਐਜੂਕੇਸ਼ਨ, ਸਭ ਕੁਝ ਦੇ ਦਿੱਤਾ। ਤੇ ਹੁਣ ਉਹ ਸਿਰਫ ਅੱਖ ਟਿਕਾਈ ਬੈਠੇ ਆ। ਐਗਰੀਕਲਚਰ ਜਿਹੜਾ ਨਾ, ਇਹ ਵੀ ਵੱਡੇ ਕਾਰਪੋਰੇਟ ਘਰਾਣਿਆਂ ਦੇ ਹੱਥ 'ਚ ਆ ਜਾਏ ਤੇ ਲੋਕ ਮਜਾਰੇ ਬਣ ਕੇ ਇਹਨਾਂ ਦੇ ਮਗਰ ਫਿਰੀ ਜਾਣ। ਇਹ ਸੰਭਵ ਨਹੀਂ ਹੋਣਾ। ਕਰਨਾ ਹੀ ਕਰਨਾ। ਓਕੇ ਪੌਰ ਸਾਹਿਬ, ਮੈਂ ਉਸੇ ਏਜੰਡੇ ਤੇ ਮੁੜ ਕੇ ਵਾਪਸ ਆ ਰਿਹਾ। ਤੁਸੀਂ ਕਿਹਾ ਸੀਗਾ ਕਿ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਬਾਦਲ ਵਿਰੋਧੀ ਧਿਰਾਂ ਲੜਦੀਆਂ ਤਾਂ ਕੋਈ ਏਜੰਡਾ ਵੀ ਤੈਅ ਹੋਣਾ ਚਾਹੀਦਾ ਹੈ। ਜਦੋਂ ਆਪਾਂ ਏਜੰਡੇ ਦੀ ਗੱਲ ਕਰਦੇ ਹਾਂ, ਜੇ ਕੱਲ ਨੂੰ ਸਿੱਖ ਭਾਈਚਾਰਾ ਵੋਟਰ ਮੌਕਾ ਦਿੰਦੇ ਆ ਨਵੀਂ ਧਿਰ ਨੂੰ, ਤੁਹਾਨੂੰ ਇਹ ਲੱਗਦਾ ਹੈ ਜਿਹੜੀਆਂ ਪਿਛਲੇ ਸਮੇਂ 'ਚ ਬਹੁਤ ਵੱਡੀਆਂ ਜ਼ਾਤੀਆਂ ਗੁਨਾਹ ਹੋਏ ਹੈ, ਜਿਵੇਂ ਡੇਰਾ ਸੌਦਾ ਨੂੰ ਮਾਫੀ ਦਾ ਮਾਮਲਾ ਹੈ, ਇਸ਼ਤਿਹਾਰਬਾਜ਼ੀ ਦਾ ਮਾਮਲਾ ਹੈ, ਭ੍ਰਿਸ਼ਟਾਚਾਰ ਦੇ ਮੁੱਦੇ ਹੈ, ਇਹਨਾਂ ਮੁੱਦਿਆਂ ਦੇ ਉੱਤੇ ਅਗਰ ਪ੍ਰਬੰਧ ਬਦਲਦਾ ਹੈਗਾ ਤੇ ਇਹਨਾਂ ਮਾਮਲਿਆਂ ਦੀ ਜਾਂਚ ਜਾਂ ਸੱਚ ਸਿੱਖ ਭਾਈਚਾਰੇ ਦੇ ਸਾਹਮਣੇ ਲਿਆਂਦਾ ਜਾਏਗਾ ਜੇ ਮੌਕਾ ਮਿਲਦਾ ਹੈ? ਦੇਖੋ, ਇਸ ਤਰ੍ਹਾਂ ਹੈਗਾ, ਇਹ ਗੁਰਦੁਆਰਾ ਨਿਜ਼ਾਮ ਐਸਾ ਪ੍ਰਬੰਧ ਹੈ, ਇਹਦੇ ਵਿੱਚ ਤੁਸੀਂ ਸਾਰੀ ਦੁਨੀਆ 'ਚ ਦੇਖ ਲਓ। ਪ੍ਰਬੰਧ ਜਦੋਂ ਜਿਹੜੇ ਲੋਕੀ ਪ੍ਰਬੰਧ ਕਰਦੇ ਆ ਉਹਨਾਂ ਦੇ ਵਿਰੋਧੀ ਉਹਨਾਂ ਨੂੰ ਚੋਰ ਚੋਰ ਕਹਿਣਗੇ ਹੀ ਕਹਿਣਗੇ।
ਜਦੋਂ ਹੂੰ ਅੱਜ ਇਹ ਹੁਕਮ ਜਿਹੜੀ ਧਿਰ ਕਾਬਜ਼ ਹੈ ਉਹਨਾਂ ਨੂੰ ਲੋਕ ਚੋਰ ਕਹਿ ਰਹੇ, ਕੱਲ ਨੂੰ ਦੂਜੇ ਆਉਣਗੇ ਇਹ ਉਹਨਾਂ ਨੂੰ ਚੋਰ ਕਹਿਣਗੇ। ਹੂੰ ਇਹ ਨਹੀਂ ਮੁੱਕਣਾ। ਜਿੱਥੇ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਾਨੂੰਨ ਦਾ ਸੰਬੰਧ ਹੈ, ਮੈਂ ਸਮਝਦਾ ਉਹਦੇ ਵਿੱਚ ਕੋਈ ਕਮੀ ਨਹੀਂ। ਉਹਦਾ ਗੁਰਦੁਆਰਾ ਐਕਟ ਦੇ ਵਿੱਚ ਪ੍ਰੋਵੀਜ਼ਨਸ ਬਹੁਤ ਸਟਰੋਂਗ ਨੇ। ਫਿਰ ਸਰਵਿਸ ਰੂਲਸ, ਬਾਈ ਲਾਜ਼, ਤੇ ਇਹ ਇੰਨਾ ਵਧੀਆ ਸਿਸਟਮ ਹੈ, ਜੇ ਇਹਨੂੰ ਢੰਗ ਤਰੀਕੇ ਨਾਲ, ਜੇ ਪੂਰੀ ਇਮਾਨਦਾਰੀ ਨਾਲ ਲਾਗੂ ਕੀਤਾ ਜਾਵੇ ਤਾਂ ਪਤਾ ਨਹੀਂ ਹਿੱਲ ਸਕਦਾ। ਬਿਲਕੁਲ ਠੀਕ। ਪਰ ਜਿਹੜੀਆਂ ਪਿਛਲੇ ਸਮੇਂ 'ਚ ਜ਼ਿਆਦਤੀਆਂ ਹੋਈਆਂ ਜਿਨ੍ਹਾਂ ਦੇ ਕਰਕੇ ਜਿਹੜੀਆਂ ਸਿੱਖ ਸੰਸਥਾਵਾਂ ਦਾ ਰੁਤਬਿਆਂ ਦਾ ਨਿਗਾਰ ਹੋਇਆ ਹੈ, ਉਹਨਾਂ ਮਾਮਲਿਆਂ ਦੇ ਉੱਤੇ ਤਾਂ ਪਰਦਾਪੋਸ਼ੀ ਜਿਹੜੀ ਕੀਤੀ ਗਈ ਹੈ ਉਹਨੂੰ ਤਾਂ ਸਿੱਖ ਜੱਗ ਦੇ ਸਾਹਮਣੇ ਲਿਆਂਦਾ ਜਾਏਗਾ ਨਾ। ਜਿੱਦਾਂ ਮੈਂ ਡੇਰਾ ਮੁਖੀ ਦੀ ਗੱਲ ਕੀਤੀ ਹੈ, ਉਹਨੂੰ ਮਾਫੀ ਦੀ ਗੱਲ ਕੀਤੀ ਹੈ। ਬਿਲਕੁਲ ਲਿਆਂਦਾ ਜਾਣਾ ਚਾਹੀਦਾ। ਮੈਂ ਤੇ ਜਥੇਦਾਰ ਸਾਹਿਬ ਨੂੰ, ਜਿਹੜੇ ਮੌਜੂਦਾ ਜਥੇਦਾਰ ਸਾਹਿਬ ਐਕਟਿੰਗ ਜਥੇਦਾਰ, ਉਹਨਾਂ ਨੂੰ ਮਿਲ ਕੇ ਵੀ ਕਿਹਾ ਸੀ ਜੀ ਸੌਦਾ ਸਾਧ ਨੂੰ, ਜੇ ਸੌਦਾ ਸਾਧ ਦੀ ਮਾਫੀ ਦਾ ਸੱਚ ਕੱਢਣਾ ਬਾਹਰ ਤੇ ਅਸੀਂ ਵਿਰੋਧ ਕਰਨ ਵਾਲਿਆਂ ਸੀ, ਸਾਨੂੰ ਵੀ ਤਲਬ ਕਰ ਲਓ। ਉਸ ਵੇਲੇ ਦੇ ਗ੍ਰਹਿ ਮੰਤਰੀ ਨੂੰ ਤਲਬ ਕਰ ਲਓ, ਗਿਆਨੀ ਗੁਰਬਚਨ ਸਿੰਘ ਹੁਣ ਜਥੇਦਾਰ ਨਹੀਂ, ਉਹਨਾਂ ਨੂੰ ਤਲਬ ਕਰ ਲਓ, ਗਿਆਨੀ ਗੁਰਮੁਖ ਸਿੰਘ ਨੂੰ ਤਲਬ ਕਰ ਲਓ, ਤੇ ਗਿਆਨੀ ਇਕਬਾਲ ਸਿੰਘ ਨੂੰ ਤਲਬ ਕਰ ਲਓ। ਕੁਝ ਨਾਮ ਮੈਂ ਹੋਰ ਦੱਸ ਦੂੰਗਾ। ਸੰਗਤ ਦੀ ਖੜੇ ਕਰਕੇ ਪੁੱਛੋ, ਜੇ ਅਸੀਂ 1 ਘੰਟੇ 'ਚ ਨਾ ਸਾਬਤ ਕਰ ਦਈਏ ਬਈ ਉਹਦੇ ਨਾਲ ਕਿਹੜਾ ਰਲਿਆ ਸੀ ਤੇ ਕਿਵੇਂ ਕਿਵੇਂ ਮਾਫੀ ਦਵਾਈ ਗਈ, ਤੇ ਫਿਰ ਸਾਨੂੰ ਜਿਹੜੀ ਬਣਦੀ ਸਜ਼ਾ ਵੱਧ ਤੋਂ ਵੱਧ ਸਾਨੂੰ ਸਜ਼ਾ ਦੇ ਦਿਓ। ਨਹੀਂ ਤੇ ਗੁਨਾਹਗਾਰ ਜਿਹੜੇ ਆ, ਜਿਨ੍ਹਾਂ ਨੇ ਕੌਮ ਨਾਲ ਕੌਮ ਘਾਤ ਕੀਤਾ, ਫਿਰ ਉਹਨਾਂ ਨੂੰ ਸਜ਼ਾ ਦਿਓ। ਜੀ ਬਹੁਤ ਵੱਡਾ ਮੁੱਦਾ ਹੈ ਜਿਹੜਾ ਜਿਹਦੇ ਤੋਂ ਤੁਸੀਂ ਚਰਚਾ ਕਰ ਰਹੇ ਹੋ। ਕੀ ਸਿੰਘ ਸਾਹਿਬ ਨੇ ਇਹਦੇ ਤੇ ਕੋਈ ਪੋਜ਼ਿਟਿਵ ਹੁੰਗਾਰਾ ਭਰਿਆ? ਨਹੀਂ, ਉਹਨਾਂ ਨੇ ਨਹੀਂ ਭਰਨਾ ਜੀ, ਉਹਨਾਂ ਨੇ ਨਹੀਂ ਭਰਨਾ ਮਾਮਲਾ। ਪੌਰ ਸਾਹਿਬ ਇੱਥੇ ਆ ਕੇ ਜਿਹੜਾ ਮੈਂ ਜਵਾਬ ਵੀ ਇਸੇ ਕਰਕੇ ਲੈਣਾ ਚਾਹਿਆ, ਖਤਮ ਹੋ ਜਾਂਦਾ ਹੈ। ਸਵਾਲ ਉੱਥੇ ਆ ਕੇ ਫੇਰ ਖੜਾ ਹੁੰਦਾ ਹੈ ਕਿ ਜਿਹੜੀ ਨਵੀਂ ਜਿਹੜੀ ਹੈਗੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਿੱਖ ਲੀਡਰਸ਼ਿਪ ਆਏਗੀ, ਉਹ ਹੀ ਨਿਜ਼ਾਮ ਨੂੰ ਸਹੀ ਰਾਹ ਦੇ ਉੱਤੇ ਲਿਆ ਜਾ ਸਕਦੀ ਹੈ। ਜਿੱਡੇ ਵੱਡੇ ਘਪਲੇ ਹੋਏ ਆ, ਜਿੱਡਾ ਵੱਡਾ ਨਗਾਰ ਹੈ, ਮੌਜੂਦਾ ਸਿਸਟਮ ਤੋਂ ਜਿਹੜਾ ਹੈਗਾ ਕਿਸੇ ਤਰੀਕੇ ਨਾਲ ਪੌਰ ਸਾਹਿਬ ਜਿੱਦਾਂ ਤੁਸੀਂ ਵੀ ਕਹਿ ਰਹੇ ਹੋ, ਮੇਰਾ ਖਿਆਲ ਉਮੀਦ ਹੀ ਨਹੀਂ ਰੱਖੀ ਜਾ ਸਕਦੀ। ਦੇਖੋ, ਜਦੋਂ ਨਵਾਂ ਸਿਸਟਮ ਬਦਲਣਾ ਤੇ ਉਸ ਵੇਲੇ ਜਥੇਦਾਰ ਵੀ ਨਵੇਂ ਆਉਣਗੇ, ਪ੍ਰਧਾਨ ਵੀ ਨਵੇਂ ਆਉਣਗੇ, ਤੇ ਉਹਨਾਂ ਦੀ ਇਹ ਪਹਿਲੀ ਪ੍ਰਾਇੋਰਟੀ ਚਾਹੀਦੀ ਆ ਵੀ ਜਿਹੜੀਆਂ 2-3 ਘਟਨਾਵਾਂ ਜਿਨ੍ਹਾਂ ਨੇ ਕੌਮ ਦਾ ਸਿਰ ਨੀਵਾਂ ਕੀਤਾ, ਉਹ 'ਚ ਸਭ ਤੋਂ ਵੱਡੀ ਘਟਨਾ ਜਿਹੜੀ ਆ ਗੁਰੂ ਸਾਹਿਬ ਦੀ ਬੇਅਦਬੀ, ਬਰਗਾੜੀ ਕਾਂਡ ਦੀ, ਔਰ ਉਹ ਜਿਹੜਾ ਮਾਫੀ ਕਾਂਡ ਸਾਰਾ ਕਿਵੇਂ ਕਿਵੇਂ ਪਲਾਨ ਕੀਤਾ ਗਿਆ, ਕਿੱਥੋਂ ਕਿੱਥੋਂ ਕੀਤਾ ਗਿਆ ਤੇ ਕੀ ਕੁਝ ਉਹਦੇ ਵਿੱਚ ਹੋਇਆ, ਇਹ ਸੱਚ ਜਿਹੜਾ ਨਾ, ਇਹ ਹਰ ਹੀਲੇ ਬਾਹਰ ਆਉਣਾ ਚਾਹੀਦਾ, ਜਿਹਨੂੰ ਦਬਾ ਕੇ ਰੱਖਿਆ ਹੋਇਆ। ਬੇਸ਼ੱਕ ਅਸੀਂ ਬਹੁਤ ਵਾਰੀ ਬੋਲੇ ਆ, ਅਸੀਂ ਜਦੋਂ ਵਿਰੋਧ ਵੀ ਕੀਤਾ, ਅਸਤੀਫੇ ਵੀ ਦਿੱਤੇ, ਪਰ ਸਾਡੀ ਬਹੁਤੀ ਸੁਣਵਾਈ ਨਹੀਂ ਹੋਈ ਤੇ ਕਈ ਵਾਰੀ ਏਦਾਂ ਲੱਗਣ ਲੱਗ ਪਿਆ ਵੀ ਵਿਰੋਧ ਲਈ ਵਿਰੋਧ ਹੋਇਆ। ਮੋਰਚੇ ਵੀ ਲੱਗੇ, ਮੋਰਚੇ ਕਿਸੇ ਨਤੀਜੇ ਤੱਕ ਸਕੇ ਤੇ ਨਿਕਲਿਆ ਉਹਦੇ 'ਚ ਕੁਝ ਵੀ ਨਹੀਂ। ਪੌਰ ਸਾਹਿਬ, ਆਖਰੀ ਸਵਾਲ ਜਿਹੜਾ ਹੈਗਾ, ਜਿੱਦਾਂ ਮੈਂ ਕਿਹਾ ਕਿ ਹੁਣ ਪੰਜਾਬ ਦੀਆਂ ਪ੍ਰਸਥਿਤੀਆਂ ਬਦਲੀਆਂ, ਤੁਸੀਂ ਖੁਦ ਵੀ ਕਮੈਂਟਸ ਕੀਤੇ ਹੈ ਕਿ ਸਿੱਖ ਭਾਈਚਾਰੇ 'ਚ ਨਿਰਾਸ਼ਤਾ ਹੈ, ਕਿਸਾਨੀ 'ਚ ਬਹੁਤ ਵੱਡੀ ਨਿਰਾਸ਼ਤਾ ਹੈ। ਸਿਸਟਮ ਦੇ ਮੁਤਾਬਕ ਕੱਲ ਨੂੰ ਜਦੋਂ ਵੀ ਆਮ ਚੋਣਾਂ ਦਾ ਮੌਕਾ ਆਉਂਦਾ ਹੈ, ਤੁਸੀਂ ਕੀ ਸਮਝਦੇ ਹੋ ਕਿ ਸਿੱਖ ਭਾਈਚਾਰੇ ਦੇ ਲਈ ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਇਸ ਮੌਕੇ ਨੂੰ ਕਿਸ ਢੰਗ ਨਾਲ ਜਿਹੜਾ ਹੈਗਾ ਅੱਗੇ ਲੈ ਕੇ ਆਉਣ ਦੀ ਜ਼ਰੂਰਤ ਹੈ ਤਾਂ ਕਿ ਜਿਹੜੀ ਪਿਛਲੀਆਂ ਲੜਾਈਆਂ, ਪਿਛਲੇ ਨਗਾਰ ਆਏ ਹੈ, ਉਹਨਾਂ ਤੋਂ ਮੁਕਤੀ ਪਾਈ ਜਾ ਸਕੇ? ਮੈਂ ਖਾਲਸਾ ਪੰਥ ਨੂੰ ਤੁਹਾਡੇ ਜ਼ਰੀਏ ਦੋਨੋਂ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਕਰਦਾ ਵੀ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਆਵੇ ਨਾ, ਉਸ ਵੇਲੇ ਧੜਾ ਨਾ ਦੇਖਿਓ, ਕੋਈ ਪਾਰਟੀ ਨਾ ਦੇਖਿਓ, ਕੋਈ ਧੜਾ ਨਾ ਦੇਖਿਓ, ਕੇਵਲ ਵਿਅਕਤੀਗਤ ਤੌਰ ਤੇ ਹਰ ਉਮੀਦਵਾਰ ਦੀ ਜਾਣ ਪਛਾਣ, ਉਹਦੇ ਕਿਰਦਾਰ ਨੂੰ ਦੇਖਿਓ ਤੇ ਚੰਗੇ ਉਮੀਦਵਾਰ ਚੁਣ ਕੇ ਆਪਣੀ ਪੰਥਕ ਸੰਸਥਾ ਵਿੱਚ ਲਿਆਓ, ਜਿਨ੍ਹਾਂ ਦਾ ਕਿਸੇ ਲੀਡਰ ਨਾਲ ਕਮਿਟਮੈਂਟ ਨਾ ਹੋਵੇ, ਪੰਥ ਨਾਲ ਕਮਿਟਮੈਂਟ ਹੋਵੇ, ਜਿਹੜੇ ਗੁਰੂ ਦੇ ਦੇਣਦਾਰ ਹੋਣ, ਵਿਅਕਤੀਆਂ ਦੇ ਮਗਰ ਘੁੰਮਣ ਵਾਲੇ ਨਾ ਹੋਣ, ਤੇ ਫਿਰ ਬਹੁਤ ਵੱਡੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਕੁਝ ਤਬਦੀਲ ਹੋਣ ਦੇ ਆਸਾਰ ਬਣ ਸਕਦੇ। ਜੀ ਪੌਰ ਸਾਹਿਬ, ਬਹੁਤ ਬਹੁਤ ਮਿਹਰਬਾਨੀ। ਦਰਸ਼ਕਾਂ ਦੇ ਲਈ ਸੁਨੇਹਾ, ਜਥੇਦਾਰ ਭੌਰ ਨੇ ਜਿਸ ਬੇਬਾਕੀ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਿਜ਼ਾਮ ਬਾਰੇ ਟਿੱਪਣੀਆਂ ਕੀਤੀਆਂ ਤੇ ਸੱਦਾ ਦਿੱਤਾ ਹੈ ਕਿ ਸਿੱਖ ਭਾਈਚਾਰੇ ਦੇ ਸਾਂਝੇ ਹਿੱਤਾਂ ਦੇ ਲਈ ਬਹੁਤ ਵੱਡੀ ਤਬਦੀਲੀ ਦੀ ਜ਼ਰੂਰਤ ਹੈ, ਤੇ ਇਹ ਵੀ ਦੀਵਾਰ ਤੇ ਲਿਖਿਆ ਜਾ ਚੁੱਕਾ ਹੈ ਕਿ ਆਉਣ ਵਾਲਾ ਸਮਾਂ ਇਸ ਤਬਦੀਲੀ ਦੇ ਲਈ ਤਾਂਘ ਰਿਹਾ। ਇੱਕ ਵਾਰ ਮੈਂ ਮੁੜ ਕੇ ਤੁਹਾਡੇ ਸਾਰਿਆਂ ਵੱਲੋਂ ਜਥੇਦਾਰ ਭੌਰ ਜੀ ਦਾ ਧੰਨਵਾਦੀ ਹਾਂ। ਇਸ ਦੇ ਨਾਲ ਹੀ ਤੁਹਾਡੇ ਕੋਲੋਂ ਵੀ ਮੈਂ ਲਵਾਂਗਾ ਇਜਾਜ਼ਤ।
ਸਤਿ ਸ੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।